जी आए ਨੂੰ प्यारे विद्यार्थियों इंग्लिश मीडियम की 8th क्लास की मैथ की बुक चैप्टर नंबर 11 डायरेक्ट एंड इनवर्स प्रपोर्शंस एक्सरसाइज 11.1 ਤੇ ਇਸ ਐਕਸਰਸਾਈਜ਼ ਦੇ ਨੈਕਸਟ 3 ਕੁਐਸਚਨਸ 11th 12th ਐਂਡ 13th ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ, ਸੁਣੋ ਤੇ ਸਮਝੋ। ਸੋਲੂਸ਼ਨਸ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਇਹਨਾਂ ਕੁਐਸਚਨਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸਦਾ ਕਿ ਇਸੇ ਚੈਨਲ ਤੇ ਤੁਹਾਡੀ 8th ਕਲਾਸ ਦੀਆਂ ਜਿਹੜੇ 8th ਕਲਾਸ ਦੇ ਦੂਸਰੇ ਸਬਜੈਕਟਸ ਹੈਗੇ ਨੇ ਉਹਦੇ ਨਾਲ ਰਿਲੇਟਡ ਵੀ ਕੁਝ ਪਲੇਲਿਸਟ ਹੈਗੀਆਂ, ਤੁਸੀਂ ਉਹ ਵੀ ਜ਼ਰੂਰ ਦੇਖੋ। ਇੱਕ ਹੈਗੀ ਹੈ 8th ਮੈਥ ਨੋਟਸ, ਫਿਰ ਇੱਕ ਹੈਗੀ ਹੈ 8th ਸਾਇੰਸ, ਇੱਕ ਹੈਗੀ ਹੈ 8th ਇੰਗਲਿਸ਼, ਇੱਕ ਹੈਗੀ 8th ਗ੍ਰਾਮਰ, ਇੱਕ ਹੈਗੀ ਹੈ ਮੈਥ ਕਨਸੈਪਟਸ ਤੇ ਇੱਕ ਹੈਗੀ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਦੇਖੀਏ ਬੱਚਾ ਵਾਲਾ ਕੁਐਸਚਨ ਹੁਣ ਕਹਿੰਦੇ question number 11 a mixture of paint is prepared by mixing one part of blue pigment with 5 parts of base। base normally ਪਿਆਰੇ ਵਿਦਿਆਰਥੀਓ ਚਿੱਟੇ ਰੰਗ ਦਾ ਹੁੰਦਾ, ਵਾਈਟ ਕਲਰ ਦਾ ਪੇਂਟ ਹੁੰਦਾ ਹੈ ਤੇ ਇਹਦੇ ਵਿੱਚ ਜਿਹੜਾ ਤੁਸੀਂ ਪੇਂਟ ਜਿੱਦਾਂ ਹੁਣ ਗੁਲਾਬੀ ਕਰਨਾ ਤੇ ਰੈੱਡ ਪਿਗਮੈਂਟ ਪਾ ਦਿਓ ਤੇ ਬਲੂ ਪੇਂਟ ਤਿਆਰ ਕਰਨਾ ਤੇ ਬਲੂ ਪਿਗਮੈਂਟ ਹੁੰਦੀ ਗੂੜੇ ਰੰਗ ਦੀ, ਉਹ ਥੋੜਾ ਜਿਹਾ ਪਾਰਟ ਪਾਓ ਤੇ ਜੇ ਡਾਰਕ ਕਰਨਾ ਹੈ ਤੇ ਜ਼ਿਆਦਾ ਪਾਰਟਸ ਪਾ ਦਿਓ, ਜੇ ਲਾਈਟ ਬਣਾਉਣਾ ਹੈ ਤੇ ਥੋੜੇ ਘੱਟ ਪਿਗਮੈਂਟ ਪਾ ਦਿਓ। ਸੋ ਇਸ ਤਰ੍ਹਾਂ ਕਰਕੇ ਇਹ ਮਿਕਸਚਰ ਬਲਕਿ ਪੇਂਟ ਦਾ ਤਿਆਰ ਕੀਤਾ ਜਾਂਦਾ ਹੈ ਨਾਰਮਲੀ, ਠੀਕ ਹੈ। ਸੋ ਕਹਿੰਦੇ ਇਨ ਦੀ ਫੋਲੋਇੰਗ ਟੇਬਲ ਫਾਈਂਡ ਦੀ ਪਾਰਟਸ ਆਫ ਬੇਸ that need to be added। so parts of the blue pigment ਦੀ ਅਗਰ ਇੱਕ ਪਿਗਮੈਂਟ ਪਾਰਟ ਹੋਵੇ 4 parts ਹੋਣ, 9 parts ਹੋਣ ਤੇ 12 parts ਹੋਣ। ਜੇ ਇੱਕ ਪਾਰਟ ਪਿਗਮੈਂਟ ਹੈ ਤੇ 5 part ਬੇਸ ਚਾਹੀਦਾ ਹੈ ਤੇ 4 part ਲਈ ਕੀ ਚਾਹੀਦਾ, 9 part ਲਈ ਕਿੰਨਾ ਬੇਸ ਚਾਹੀਦਾ, 12 parts of pigment ਲਈ ਕਿੰਨਾ ਬੇਸ ਚਾਹੀਦਾ। ਸੋ ਬੱਚਿਓ ਇਹ ਤੇ ਬੜਾ ਹੀ ਸੌਖਾ ਹੈ ਕਿਉਂਕਿ ਇੱਥੇ ਇਹ ਇੱਕ ਪਾਰਟ ਦਿੱਤਾ ਹੈ। ਜਦੋਂ ਇੱਕ ਪਾਰਟ ਦਿੱਤਾ ਹੋਵੇ ਤੇ ਬੱਚਿਓ ਫਿਰ ਯੂਨਿਟਰੀ ਮੈਥਡ ਜਿਹਨੂੰ ਅਸੀਂ ਪੜ੍ਹਿਆ ਹੋਇਆ ਛੋਟੀ ਕਲਾਸਾਂ ਵਿੱਚ ਵੀ 6th 7th ਵਿੱਚ, ਉਸ ਤਰੀਕੇ ਦੇ ਨਾਲ ਅਸੀਂ ਇਹ ਸੋਲਵ ਕਰ ਸਕਦੇ ਹਾਂ ਤੇ ਇਹਨੂੰ ਫਿਰ ਉਹ ਕਿਉਂਕਿ ਇਹ ਜਦੋਂ 5/1 ਕਰਾਂਗੇ ਤੇ 5 ਹੀ ਆ ਜਾਏਗਾ, 13/1 is 13, 7/1 is 7, 11/1 is 11, so 5/1 is 5। ਸੋ ਇਹਨੂੰ ਇਸ ਤਰ੍ਹਾਂ ਕਰਾਂਗੇ for one part of blue pigment comma parts of base is equal to 5 parts ਹੈ ਤੇ ਸੋ ਹੁਣ ਪਾਰਟ 1 ਆ ਜਾਏਗਾ ਇਹ ਵਾਲਾ for 4 parts of blue pigment ਕਿੰਨਾ ਹੋ ਜਾਏਗਾ 5/1 into 4। ਸੋ ਬਟ 5/1 ਤੇ ਬੱਚਿਓ 5 ਹੀ ਹੁੰਦਾ, ਸੋ ਇਹਨੂੰ ਸਿੱਧਾ ਲਿਖਾਂਗੇ 5 into 4 is equal to 20 parts। ਜਿਵੇਂ ਬੱਚਿਓ ਅਸੀਂ ਜਾਣਦੇ ਹਾਂ ਕਿ one orange costs 5 rupees, so 1 dozen oranges will cost how much, 1 dozen is 12, so 12 into 5 is 60, 60 ਰੁਪਏ ਦੇ ਇੱਕ ਦਰਜਨ ਸੰਤਰੇ ਆਣਗੇ। ਸੋ ਇਸ ਤਰ੍ਹਾਂ ਮਤਲਬ ਕਿ ਅਗਰ 1 ਕਿਲੋ ਚੀਨੀ 50 ਰੁਪਏ ਦੀ ਆਉਂਦੀ ਹੈ ਤੇ 2 ਕਿਲੋ ਚੀਨੀ ਕਿੰਨੇ ਦੀ ਆਏਗੀ, 50 into 2 100 ਰੁਪਏ ਦੀ ਆਏਗੀ। ਸੋ ਜਦੋਂ 1 ਪਾਰਟ ਹੋਵੇ ਸੋ ਅਸੀਂ ਸਟ੍ਰੇਟ ਅਵੇ ਇਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹਾਂ। ਸੋ ਫॉर 4 parts of blue pigment parts of base is equal to 5 into 4 20 parts ਤੇ ਪਾਰਟ ਥਰਡ ਸੈਕਿੰਡ ਆ ਜਾਏਗਾ। ਸੋ ਫॉर 9 parts of blue pigment parts of base is equal to 5 into 9 45 parts। so for 12 parts of blue pigment parts of base is equal to 5 into 12 60 parts। ਸੋ ਇਹ ਤੇ ਬੱਚੋ ਬੜਾ ਹੀ ਸਿੰਪਲ ਤੇ ਸਟ੍ਰੇਟ ਫਾਰਵਰਡ ਅਸੀਂ ਇਹ ਕਹਿ ਸਕਦੇ ਹਾਂ ਇਟ ਇਜ਼ ਅ simplified form of direct proportion, ਮਤਲਬ ਕਿ ਇਹਨੂੰ ਕਹਿੰਦੇ ਯੂਨਿਟਰੀ ਮੈਥਡ। ਯੂਨਿਟਰੀ ਮੈਥਡ ਮਤਲਬ ਕਿ ਜਦੋਂ ਇੱਕ ਪਾਰਟ ਦਿੱਤਾ ਹੋਵੇ 1, ਇੱਕ ਕੁਆਂਟੀਟੀ 1 ਹੋਵੇ ਤੇ ਸਟ੍ਰੇਟ ਅਵੇ ਅਸੀਂ ਉਹਦੇ ਨਾਲ ਗੁਣਾ ਕਰਕੇ ਕੱਢ ਸਕਦੇ ਹਾਂ ਕਿਉਂਕਿ 5/1 ਸਾਨੂੰ ਲਿਖਣ ਦੀ ਲੋੜ ਨਹੀਂ ਹੈਗੀ ਕਿਉਂਕਿ 5/1 is equal to 5 itself। ਠੀਕ ਹੈ, ਅੱਗੇ ਚਲੀਏ ਬੱਚੋ ਇਹ ਕੁਐਸਚਨ ਵੀ ਇਸੇ ਟਾਈਪ ਦਾ ਹੈ। 12 question number 12 ਕਹਿੰਦੇ ਦੀ ਕਾਸਟ ਆਫ 1 ਲੀਟਰ ਆਫ ਮਿਲਕ ਇਜ਼ ₹155 ਹੈ। ਦੇਖੋ 1 ਲੀਟਰ ਯੂਨਿਟਰੀ ਮੈਥਡ ਇੱਥੇ ਯੂਜ਼ ਹੋਏਗਾ ਸਪੇਸ ਕਿਉਂਕਿ 55/1 is equal to 55, ਠੀਕ ਹੈ। ਸੋ ਕਹਿੰਦੇ ਟੈਬੂਲੇਟ ਦੀ ਕਾਸਟ ਆਫ 2, 4 and 10 liters of milk। so the cost of 1 liter of milk is equal to ₹55, so the cost of 2 liters of milk ਕੀ ਹੋ ਜਾਏਗਾ 55/1, 55/1 into 2, so 55/1 ਤੇ ਬੱਚੇ 55 ਹੀ ਹੁੰਦਾ ਹੈ। ਸੋ ਅਸਲ ਵਿੱਚ ਇਹ ਯੂਨਿਟਰੀ ਮੈਥਡ ਵੀ ਐਕਚੁਅਲੀ ਇਹ ਡਾਇਰੈਕਟ ਪ੍ਰੋਪੋਰਸ਼ਨ ਮੈਥਡ ਹੀ ਹੈ, ਪਰ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ ਕਿਉਂਕਿ 55/1 is equal to 55, ਇਸ ਕਰਕੇ ਸਾਨੂੰ ਲਿਖਣ ਦੀ ਲੋੜ ਨਹੀਂ ਪੈਂਦੀ। ਸੋ 55 ਨੂੰ 2 ਨਾਲ ਗੁਣਾ ਕਰਾਂਗੇ ₹110। ਸੋ ਦੀ ਕਾਸਟ ਆਫ 4 liters of milk is equal to 55 into 4 is equal to ₹220। so the cost of 10 liters of milk is equal to 55 into 10 is equal to ₹550। ਕਿਉਂਕਿ ਇਹਨਾਂ ਨੇ ਬੱਚਿਓ ਕਿਹਾ ਕਿ ਟੇਬਲ ਤਿਆਰ ਕਰੋ, ਟੈਬੂਲੇਟ ਮੈਨੇ ਟੇਬਲ ਦੇ ਵਿੱਚ ਦਰਸਾਓ, ਤਾਂ ਮੈਂ ਇਦਾਂ ਦਿਖਾ ਦਿੱਤਾ ਹੈ। ਸੋ ਇਸ ਤਰ੍ਹਾਂ ਅਸੀਂ ਟੇਬਲ ਬਣਾ ਲਾਂਗੇ ਬੱਚਿਆਂ, ਦੇਖੋ ਟੇਬਲ ਬਣਾ ਲਿਆ,
quantity of milk ਤੇ cost of milk. 1 liter rupees 55, 2 liter rupees 110, 4 liter rupees 220, 10 liter rupees 550. ਸੋ ਇਹ ਤੇ ਬੱਚਿਓ ਕੁਐਸਚਨ ਜਿਹੜੇ 11 ਔਰ 12 ਸੀਗੇ ਬੜੇ ਹੀ ਸਿੰਪਲ ਤੇ ਸਟ੍ਰੇਟ ਫਾਰਵਰਡ ਕੁਐਸਚਨ ਸੀਗੇ। ਆਓ ਨੈਕਸਟ ਕੁਐਸਚਨ ਦੇਖੀਏ। ਨੈਕਸਟ ਕੁਐਸਚਨ ਦੇ ਵਿੱਚ ਦੋ ਪਾਰਟਸ ਹੈਗੇ ਨੇ ਤੇ ਬੜਾ ਹੀ ਇੰਟਰਸਟਿੰਗ ਕੁਐਸਚਨ ਹੈ। ਸੋ ਯੂ ਕੈਨ ਸੇ देयर आर 2 questions within 1 question। ठीक है, a train is running at the uniform speed of 75 किलोमीटर पर आवर। ਹੁਣ ਜਦੋਂ ਪਰ ਆਵਰ ਹੋਵੇ ਨਾ ਬੱਚੇ, ਪਰ ਆਵਰ ਦਾ ਮਤਲਬ ਹੁੰਦਾ ਹੈ 1 ਆਵਰ। ਠੀਕ ਹੈ ਨਾ। ਸੋ 75 ਕਿਲੋਮੀਟਰ ਪਰ ਆਵਰ ਤੇ ਹੁਣ ਪਾਰਟ 1 ਹੈਗਾ ਕਿ ਹਾਊ ਮਚ ਡਿਸਟੈਂਸ ਵਿਲ ਬੀ ਕਵਰਡ ਇਨ 20 ਮਿੰਟਸ। ਸੋ ਪਹਿਲਾ ਪਾਰਟ ਕਰਦੇ ਹਾਂ। ਲੈਸ ਟਾਈਮ ਮੀਨਸ ਲੈਸ ਡਿਸਟੈਂਸ ਕਵਰਡ। ਜਿੰਨਾ ਘੱਟ ਟਾਈਮ ਹੋਏਗਾ ਉਨਾ ਘੱਟ ਡਿਸਟੈਂਸ ਹੋਏਗਾ। ਜਿੰਨਾ ਜ਼ਿਆਦਾ ਟਾਈਮ ਟਰੈਵਲ ਕਰੇਗੀ ਟ੍ਰੇਨ उन्ना ज़्यादा डिस्टेंस कवर होएगा। सो देयर इज डायरेक्ट प्रपोर्शन बिटवीन टाइम एंड डिस्टेंस। हुण इन्होंने की किया, हाउ मच डिस्टेंस, हाउ मच डिस्टेंस। सो ये डिस्टेंस फाइंड आउट करना है। सो असीं डिस्टेंस नूं लिखांगे डी। सो D1 लैफ्ट साइड ते लिखांगे। सो D1 इज इक्वल टू 75 ते पर आवर दा मतलब 1 आवर। सो 75 किलोमीटर एंड T1 इज इक्वल टू 1 आवर ते इहनूं 60 मिनट विच कन्वर्ट कर लांगे। क्यों? क्योंकि बच्चों ये 20 मिनट्स बारे पूछ रहे हैं, 20 मिनट्स। ठीक है ना। So T1 is equal to 1 hour is equal to 60 minutes because 1 hour which 60 minutes होंगे ने। ते D2 question mark है क्योंकि how much distance will be covered in कितना 20 minutes। So T2 is equal to 20 minutes। हुण बच्चों as per the direct proportion D2 by T2 is equal to D1 by T1। So D2 असीं find out करना है, इन्हूं इत्थे रहन देवांगे। So T2 इधर चला जाएगा। So D2 is equal to D1 into T2 by T1। So values पावांगे। D1 is 75, T2 is 20 and T1 is 60। So बच्चों ए 0 ते ए 0 कट गए। सो 20 तिया 60, 2 एकम 2, 2 तिया 6। So 75 upon 3। So 75 upon 3 is 25 into 3 is 75, 25 तिया 75। सो इत्थे 25 किलोमीटर ऐ साडा आ गया आंसर। Thus 25 किलोमीटर will be covered in 20 minutes। आओ नेक्स्ट पार्ट देखिए बच्चों। नेक्स्ट पार्ट है बच्चों, हाउ मच टाइम इट विल टेक टू कवर 250 किलोमीटर। हुण बच्चों उस क्वेश्चन का ऑपोजिट है। पहले सीगा हाउ मच डिस्टेंस विल इट कवर्ड इन गिवन टाइम। हुण है हाउ मच टाइम इट विल टेक टू कवर 250 किलोमीटर। हुण मतलब कि टाइम असीं फाइंड आउट करना है। सो इत्थे लैफ्ट साइड ते टी लिखांगे ते लॉजिक वही है, अंडरलाइंग प्रिंसिपल इज सेम। मोर डिस्टेंस मीनस मोर टाइम नीडिड। ज़्यादा दूरी जानी है तो सानू ज़्यादा समय की लोड़ पेगी। सो देयर इज डायरेक्ट प्रपोर्शन बिटवीन टाइम एंड डिस्टेंस। सो टाइम असीं फाइंड आउट करना है। सो T1 इज इक्वल टू 1 आवर। 1 आवर इत्थों मिलिया बच्चों पर आवर मीनस 1 आवर एंड D1 इज इक्वल टू 75 किलोमीटर। ठीक है जी। तो T2 इज इक्वल टू क्वेश्चन मार्क फाइंड आउट करना है एंड D2 इज 250 किलोमीटर। तो हुण आ गया T2 बाय जो फाइंड आउट करना है उन्होंने उपर रखो। हुण पहले पार्ट 1 विच D2 उपर सीगा ते पार्ट 2 दे विच T2 उपर आ जाएगा। सो T2 अपॉन D2 इज इक्वल टू T1 अपॉन D1। इनू असीं फाइंड आउट करना है। सो इनू इत्थे लिख लांगे ते यह जिहड़ा है क्रॉस मल्टीप्लाई करके ऊपर चला जाएगा। सो T2 इज इक्वल टू T1 इंटू D2 बाय D1। सो T1 इज 1, D2 is 250 and D1 is 75। सो बच्चों देखो 25 एकम 25 ते 25 0 0 ते 25 तिया 75। तो यह आ गया 10 अपॉन 3। सो 10 अपॉन 3 का मतलब है 3 1/3 आवर्स। ठीक है ना। हुण 1/3 आवर्स कितना होता है बच्चों, क्योंकि इनू 1/3 आवर्स जो 60 ना मल्टीप्लाई करेंगे तो 60 अपॉन 3 20 मिनट्स हो जाएगा। सो असीं 3 1/3 आवर्स भी कह सकते हैं या 3 आवर्स 20 मिनट्स भी कह सकते हैं। सो आंसर लिखांगे 10 द ट्रेन विल टेक 1/3 आवर्स और 3 आवर्स ए कंप्लीट होल टाइम होल एरिया आ गया, मतलब कि होल पार्ट आ गया इस फ्रैक्शन का, मिक्स फ्रैक्शन का 3 आवर्स ते 1/3 मीनस इंटू 60 ते 60/3 20 होंगे तो 20 मिनट्स। सो 3 आवर्स 20 मिनट्स टू कवर 250 किलोमीटर। सो इस तरह प्यारे विद्यार्थियों ये वाले क्वेश्चन करने ने ते जिहड़ा मैं तुहानूं दस्सिया पहले इहदा एक्सप्लेनेशन लिखनी है 1 लाइन में या 2 लाइनों में, दूजी जो साडे कोल इन्फॉर्मेशन है उन्होंने इस तरह टैबूलेट करना है, बल्कि इस तरह सिस्टमैटिक ढंग नाल लिखना है तो फिर यह फॉर्मूला लगा के इस तरह पता लगा लेना है तो साडा आंसर आ जाएगा इन 3 स्टैप्स।
ਸੋ ਤੁਸੀਂ ਸਾਰੇ ਕੁਐਸਚਨਸ ਦੀ ਬੱਚੋ ਇਸ ਤਰ੍ਹਾਂ ਹੀ ਪ੍ਰੈਕਟਿਸ ਕਰਨੀ ਹੈ ਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਡਿਫਿਕਲਟੀ ਜਿਹੜੀ ਹੈ ਸੋਲਵ ਕਰਨ ਵਿੱਚ ਨਹੀਂ ਆਏਗੀ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।